अंग्रेज़ां ने छल फरेब ਅਤੇ ताकत ਦਾ ਰਲਮਾ इस्तेमाल ਕਰਦਿਆਂ सिख फौजां ਨੂੰ हरा के पंजाब उत्ते कब्जा ਤਾਂ कर लिया, पर सिखां दे मनां अंदर मचल रही आज़ादी दी लहर ने अंग्रेज़ां ਨੂੰ हमेशा डराई रखिया। आज़ादी दे मतवाले सिखां ਵੱਲੋਂ ਕਿਸੇ ਹਥਿਆਰਬੰਦ बगावत ਦੀ संभावना ਨੂੰ ਮਲੀਆ ਮੇਟ ਕਰ ਦੇਣ ਲਈ ਹੁਣ अंग्रेज़ां ने सिखां प्रति हकूमती जबर ਅਤੇ दहशत ਦੀ ਇੱਕ ਮੁਹਿੰਮ शुरू कर ਦਿੱਤੀ ਸੀ। ਐਂਗਲੋ ਸਿੱਖ ਜੰਗਾਂ ਦੌਰਾਨ ਲੜਨ ਵਾਲੇ ਜਿਉਂਦੇ ਬੱਚੇ ਸਿੱਖ ਸਰਦਾਰਾਂ ਅਤੇ ਸੂਰਬੀਰ ਸਿਪਾਹੀਆਂ ਨੂੰ ਲੱਭ ਕੇ ਕਤਲ ਕਰ ਦਿੱਤਾ ਗਿਆ ਜਾਂ ਗ੍ਰਿਫਤਾਰ ਕਰਕੇ ਜੇਲ੍ਹਾਂ ਭਰ ਦਿੱਤੀਆਂ। ਉਹਨਾਂ ਦੇ ਘਰ-ਬਾਰ ਉਜਾੜ ਦਿੱਤੇ। ਇੱਕ ਅੰਦਾਜ਼ੇ ਮੁਤਾਬਕ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਜਾਣ ਤੋਂ ਤੁਰੰਤ ਬਾਅਦ 7000 ਤੋਂ ਵੀ ਵੱਧ ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਖਾਲਸੇ ਦੀ ਜਨਮ ਭੂਮੀ ਤੋਂ ਹਜ਼ਾਰਾਂ ਮੀਲ ਦੂਰ ਬਰਮਾ ਅਤੇ ਸਿੰਗਾਪੁਰ ਦੀਆਂ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ। ਇੱਥੋਂ ਤੱਕ ਕਿ ਮਹਾਰਾਣੀ ਜਿੰਦ ਕੌਰ ਅਤੇ ਮਹਾਰਾਜਾ ਦਲੀਪ ਸਿੰਘ ਨੂੰ ਇੱਕ ਦੂਜੇ ਨਾਲੋਂ ਜੁਦਾ ਕਰਕੇ ਉਹਨਾਂ ਦਾ ਖਾਲਸਾ ਪੰਥ ਨਾਲੋਂ ਪੂਰੀ ਤਰ੍ਹਾਂ ਨਾਤਾ ਤੋੜ ਦਿੱਤਾ ਗਿਆ ਸੀ। ਤਲਾਸ਼ੀਆਂ ਅਤੇ ਜ਼ਬਤੀਆਂ ਦੀ ਮੁਹਿੰਮ ਚਲਾ ਕੇ ਸਿੱਖਾਂ ਦੇ ਸਾਰੇ ਹਥਿਆਰ, ਬੰਦੂਕਾਂ, ਤਲਵਾਰਾਂ, ਨੇਜੇ ਅਤੇ ਢਾਲਾਂ ਆਦਿ ਜ਼ਬਤ ਕਰ ਲਏ ਗਏ ਸੀ। ਇੱਕ ਅੰਦਾਜ਼ੇ ਮੁਤਾਬਕ ਇਹਨਾਂ ਜ਼ਬਤ ਕੀਤੇ ਗਏ ਹਥਿਆਰਾਂ ਦੀ ਕੁੱਲ ਗਿਣਤੀ 1,20,000 ਦੇ ਕਰੀਬ ਸੀ। ਘੱਟੋ ਘੱਟ 25 ਸਿੱਖ ਸਰਦਾਰਾਂ ਦੀਆਂ ਸਾਰੀਆਂ ਜਗੀਰਾਂ ਹੀ ਜ਼ਬਤ ਕਰ ਲਈਆਂ ਗਈਆਂ। ਬਹੁਤ ਸਾਰਿਆਂ ਨੂੰ ਆਪਣੇ ਘਰਾਂ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ। ਕਈਆਂ ਨੂੰ ਕਲਕੱਤਾ, ਇਲਾਹਾਬਾਦ ਅਤੇ ਬਨਾਰਸ ਦੀਆਂ ਜੇਲ੍ਹਾਂ ਵਿੱਚ ਭੇਜ ਦਿੱਤਾ ਗਿਆ ਸੀ। ਬਚੀ ਹੋਈ ਖਾਲਸਾ ਫੌਜ ਨੂੰ ਲਾਹੌਰ ਵਿਖੇ ਇਕੱਤਰ ਕਰਕੇ ਉਸ ਦੀ ਛਾਣਬੀਨ ਕੀਤੀ ਗਈ। ਇਸ ਦੇ ਨਾਲ ਹੀ ਸਿੱਖਾਂ ਦੀ ਕੌਮੀ ਜਥੇਬੰਦੀ ਅਤੇ ਸਪਿਰਿਟ ਨੂੰ ਨਿਟਾਲ ਕਰ ਦੇਣ ਦੇ ਮਨੋਰਥ ਨਾਲ ਕਈ ਦੂਰ ਰਸ ਕਦਮ ਵੀ ਉਠਾਏ ਗਏ। ਸਿੱਖਾਂ ਦੀਆਂ ਸਮਾਜੀ ਸੰਸਥਾਵਾਂ ਜਿਵੇਂ ਕਿ ਪੰਚਾਇਤਾਂ ਆਦਿ ਇਹ ਵੀ ਭੰਗ ਕਰ ਦਿੱਤੀਆਂ ਗਈਆਂ ਸੀ। ਉਹਨਾਂ ਦੇ ਸੱਭਿਆਚਾਰ ਨੂੰ ਕਮਜ਼ੋਰ ਕਰਨ ਲਈ ਪੰਜਾਬੀ ਬੋਲੀ ਦੇ ਵਿਕਾਸ ਦੀ ਸੋਚ ਨੂੰ ਢਾਹ ਲਾਉਣ ਲਈ ਵਿਸ਼ੇਸ਼ ਕਦਮ ਚੁੱਕੇ ਗਏ। ਨਾਨਕਸ਼ਾਹੀ ਸਿੱਕੇ ਦੀ ਥਾਂ ਉੱਤੇ ਅੰਗਰੇਜ਼ੀ ਸਿੱਕਾ ਚਾਲੂ ਕਰ ਦਿੱਤਾ ਗਿਆ, ਜਿਸ ਬਾਰੇ ਇੱਕ ਅੰਗਰੇਜ਼ ਲਿਖਾਰੀ ਐਡਵਿਨ ਅਰਨੋਲਡ ਨੇ ਲਿਖਿਆ ਹੈ ਕਿ ਇਹ ਮਾਈਕ ਸੁਧਾਰਾਂ ਨਾਲੋਂ ਵੱਧ ਕੇ ਕੁਝ ਹੋਰ ਵੀ ਸੀ, ਜਿਸ ਵਿੱਚ ਇੱਕ ਸਿੱਖ ਦਰਵੇਸ਼ ਯਾਨੀ ਗੁਰੂ ਦੇ ਨਿਸ਼ਾਨ ਦੀ ਥਾਂ ਉੱਤੇ ਅੰਗਰੇਜ਼ ਰਾਣੀ ਦੀ ਮੂਰਤ ਲਾਈ ਗਈ। ਗੁਰੂ ਰਾਮਦਾਸ ਜੀ ਦੇ ਨਾਂ ਉੱਤੇ ਬਣਾਏ ਗਏ ਰਾਮ ਬਾਗ ਅੰਮ੍ਰਿਤਸਰ ਦਾ ਨਾਮ ਬਦਲ ਕੇ ਕੰਪਨੀ ਬਾਗ ਰੱਖਿਆ ਗਿਆ। ਇਹਨਾਂ ਸਾਰੀਆਂ ਕੋਝੀਆਂ ਚਾਲਾਂ ਦੇ ਨਾਲ ਅੰਗਰੇਜ਼ਾਂ ਨੇ ਸਿੱਖ ਕੌਮ ਅੰਦਰੋਂ ਆਪਣੇ ਸ਼ੁਭ ਚਿੰਤਕ ਅਤੇ ਝੋਲੀ ਚੁੱਕ ਵੀ ਪੈਦਾ ਕਰਨੇ ਸ਼ੁਰੂ ਕਰ ਦਿੱਤੇ ਸੀ। ਇਹਨਾਂ ਝੋਲੀ ਚੁੱਕਾਂ ਨੂੰ ਆਪਣੇ ਨਾਲ ਪੱਕਾ ਕਰਨ ਲਈ ਇਹਨਾਂ ਨੂੰ ਜਗੀਰਾਂ ਅਤੇ ਉੱਚੇ ਅਹੁਦੇ ਦਿੱਤੇ ਗਏ। ਹੁਣ ਇਹਨਾਂ ਨੇ ਸਿੱਖਾਂ ਦੀ ਸਿੱਖੀ ਭਾਵਨਾ ਨੂੰ ਖਤਮ ਕਰਨ ਲਈ ਅੰਗਰੇਜ਼ਾਂ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਸੀ। ਇਹਨਾਂ ਵਿੱਚ ਜ਼ਿਆਦਾਤਰ ਸਿੱਖ ਸਰਦਾਰ ਘਰਾਣੇ ਸ਼ਾਮਲ ਸੀ। ਇਸ ਤੋਂ ਬਾਅਦ ਹੁਣ ਅੰਗਰੇਜ਼ਾਂ ਦਾ ਅਗਲਾ ਨਿਸ਼ਾਨਾ ਸੀ ਜੱਟ ਕਿਸਾਨੀ। ਅੰਗਰੇਜ਼ ਚੰਗੀ ਤਰ੍ਹਾਂ ਜਾਣਦੇ ਸੀ ਕਿ ਸਿੱਖ ਕਿਸਾਨ ਵਰਗ ਜੁਝਾਰੂ ਸਿੱਖ ਸੰਘਰਸ਼ ਦੀ ਮੁੱਖ ਟੇਕ ਬਣਿਆ ਸੀ। ਹੁਣ ਅੰਗਰੇਜ਼ਾਂ ਦੀਆਂ ਨਜ਼ਰਾਂ ਵਿੱਚ ਸਿੱਖ ਕਿਸਾਨਾਂ ਨੂੰ ਆਪਣੇ ਹੱਕ ਵਿੱਚ ਕਰਨਾ ਬਹੁਤ ਜ਼ਰੂਰੀ ਹੋ ਗਿਆ ਸੀ। ਇਸ ਚੀਜ਼ ਲਈ ਉਹਨਾਂ ਨੇ ਦੋਹਰੀ ਨੀਤੀ ਅਪਣਾਈ। ਇੱਕ ਪੰਜਾਬ ਅੰਦਰ ਖੇਤੀ ਦੇ ਵਿਕਾਸ ਨਾਲ ਭਾਰਤ ਅੰਦਰ ਅੰਗਰੇਜ਼ੀ ਸਰਕਾਰ ਦੀਆਂ ਅਨਾਜ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਸੀ ਅਤੇ ਦੂਜਾ ਆਰਥਿਕ ਖੁਸ਼ਹਾਲੀ ਦੇ ਮੰਤਰ ਨਾਲ ਸਿੱਖ ਕਿਸਾਨੀ ਦੇ ਮਨ ਜਿੱਤਣ ਦਾ ਕੰਮ ਰੈਲਾ ਹੁੰਦਾ ਸੀ। ਇਸ ਵਾਸਤੇ ਇਹਨਾਂ ਨੇ ਪੰਜਾਬ ਵਿੱਚ ਨਹਿਰਾਂ ਦਾ ਜਾਲ ਵਿਛਾਉਣਾ ਸ਼ੁਰੂ ਕੀਤਾ ਅਤੇ ਬੇਆਬਾਦ ਪਰ ਬਹੁਤ ਹੀ ਉਪਜਾਊ ਜ਼ਮੀਨ ਉੱਤੇ ਖੇਤੀ ਸ਼ੁਰੂ ਕੀਤੀ ਗਈ। ਹੁਣ ਜਦ ਅੰਗਰੇਜ਼ਾਂ ਨੂੰ ਯਕੀਨ ਹੋ ਗਿਆ ਕਿ ਸਿੱਖਾਂ ਅੰਦਰੋਂ ਆਪਣਾ ਖੁੱਸਿਆ ਰਾਜ ਮੁੜ ਹਥਿਆਉਣ ਦਾ ਵਿਚਾਰ ਖਤਮ ਹੋ ਗਿਆ ਤਾਂ ਇਹਨਾਂ ਨੇ ਸਿੱਖਾਂ ਨੂੰ ਫੌਜ ਵਿੱਚ ਭਰਤੀ ਕਰਨਾ ਸ਼ੁਰੂ ਕੀਤਾ। ਪਹਿਲਾਂ ਫਰੰਟੀਅਰ ਅੰਦਰ ਪਠਾਨਾਂ ਦੀ ਬਗਾਵਤ ਨੂੰ ਕੁਚਲਣ ਵਿੱਚ ਅਤੇ ਫਿਰ ਅੰਗਰੇਜ਼ਾਂ ਦੀ ਬਰਮਾ ਨਾਲ ਲੜਾਈ ਵਿੱਚ ਸਿੱਖ ਸਿਪਾਹੀਆਂ ਨੇ ਅਹਿਮ ਭੂਮਿਕਾ ਨਿਭਾਈ ਸੀ। ਹੁਣ ਅੰਗਰੇਜ਼ਾਂ ਨੂੰ ਸਿੱਖਾਂ ਦੀ ਵਫਾਦਾਰੀ ਵਿੱਚ ਭਰੋਸਾ ਪੈਦਾ ਹੋਣ ਲੱਗ ਪਿਆ। ਇਹ ਸਾਰੀਆਂ ਚਾਲਾਂ ਵਿੱਚ ਸਿੱਖ ਇਸ ਕਦਰ ਫਸ ਚੁੱਕੇ ਸੀ ਕਿ ਹੁਣ ਉਹਨਾਂ ਨੂੰ ਅੰਗਰੇਜ਼ਾਂ ਦੀ ਨੌਕਰੀ ਕਰਨ ਵਿੱਚ ਕੋਈ ਝਿਜਕ ਮਹਿਸੂਸ ਨਹੀਂ ਹੋਈ। ਜੇ ਗੱਲ ਸਿੱਖ ਕਿਸਾਨ ਦੀ ਕਰੀਏ ਤਾਂ ਹੁਣ ਉਹ ਸਰਦਾਰੀ ਤੋਂ ਡਿੱਗ ਕੇ ਸੂਬੇਦਾਰ ਅਖਵਾਉਣ ਵਿੱਚ ਜ਼ਿਆਦਾ ਫਖਰ ਮਹਿਸੂਸ ਕਰ ਰਿਹਾ ਸੀ ਅਤੇ ਜੇ ਗੱਲ ਸਿੱਖ ਫੌਜੀ ਦੀ ਕੀਤੀ ਜਾਵੇ ਤਾਂ ਉਹ ਸਿੰਗਾਪੁਰ, ਬਰਮਾ ਅਤੇ ਹਾਂਗਕਾਂਗ ਤੱਕ ਪਹੁੰਚ ਕੇ ਵੀ ਅੰਗਰੇਜ਼ਾਂ ਦੀ ਚੌਕੀਦਾਰੀ ਕਰ ਰਿਹਾ ਸੀ। ਇੱਕ ਖੋਜ ਮੁਤਾਬਕ ਘੱਟੋ ਘੱਟ 40,000 ਸਿੱਖ ਸੈਨਿਕਾਂ ਨੇ ਆਪਣੀ ਜਾਨ ਸਾਮਰਾਜੀ ਜੰਗਾਂ ਦੇ ਲੇਖੇ ਲਾ ਦਿੱਤੀ ਸੀ। ਇਹ ਗਿਣਤੀ ਐਂਗਲੋ ਸਿੱਖ ਜੰਗਾਂ ਵਿੱਚ ਸ਼ਹੀਦ ਹੋਏ ਸਿੱਖਾਂ ਨਾਲੋਂ ਵੱਧ ਹੀ ਹੋਵੇਗੀ। ਹੁਣ ਨਤੀਜਾ ਇਹ
ਕਿ ਜ਼ੁਲਮ ਅਤੇ ਬੇਇਨਸਾਫੀ ਵਿਰੁੱਧ ਸੰਘਰਸ਼ ਦੀਆਂ ਜੁਝਾਰੂ ਰਵਾਇਤਾਂ ਤੋਂ ਪਾਸੇ ਹਟ ਕੇ ਉਸ ਅੰਦਰ ਹਕੂਮਤ ਭਗਤੀ ਦਾ ਜਜ਼ਬਾ ਪੈਦਾ ਹੋਣ ਲੱਗਿਆ ਸੀ। ਇਸ ਤੋਂ ਬਾਅਦ ਹੁਣ ਲੋੜ ਸੀ ਇੱਕ ਅਜਿਹੀ ਵਿੱਦਿਆ ਪ੍ਰਣਾਲੀ ਦੀ ਜੋ ਅੰਗਰੇਜ਼ੀ ਹਕੂਮਤ ਦੀਆਂ ਕਾਰੋਬਾਰੀ ਅਤੇ ਪ੍ਰਬੰਧਕੀ ਲੋੜਾਂ ਪੂਰੀਆਂ ਕਰ ਸਕੇ। ਇਸੇ ਦੇ ਚੱਲਦੇ ਪੰਜਾਬ ਅੰਦਰ ਮੁੱਢਲੀ ਸਿੱਖਿਆ ਪ੍ਰਣਾਲੀ ਨੂੰ ਢਾਲ ਕੇ ਅੰਗਰੇਜ਼ੀ ਕਰ ਦਿੱਤਾ ਗਿਆ। ਪੰਜਾਬੀ ਨੂੰ ਕਿਸੇ ਬਸਤੇ ਵਿੱਚ ਬੰਦ ਕਰਕੇ ਬੰਨੇ ਸੁੱਟ ਦਿੱਤਾ ਅਤੇ ਅੰਗਰੇਜ਼ੀ ਨੇ ਉਸ ਦੀ ਥਾਂ ਲੈਣੀ ਸ਼ੁਰੂ ਕਰ ਦਿੱਤੀ। ਇਹ ਕੰਮ ਧੁਰ ਅੰਦਰ ਤੱਕ ਪਿੰਡਾਂ ਦੀਆਂ ਸੱਥਾਂ ਤੱਕ ਵੀ ਪਹੁੰਚ ਗਿਆ। ਚੌਂਕੀਦਾਰ, ਨੰਬਰਦਾਰ, ਜੈਲਦਾਰ, ਸਫੈਦਪੋਸ਼ ਆਦਿ ਸਭ ਪੇਂਡੂ ਖੇਤਰ ਅੰਦਰ ਹਕੂਮਤੀ ਮਸ਼ੀਨਰੀ ਦੇ ਪੁਰਜੇ ਬਣ ਗਏ। ਅੰਗਰੇਜ਼ਾਂ ਨੇ ਅਬਦਾਲੀ ਵਾਂਗ ਇਹ ਚੰਗੀ ਤਰ੍ਹਾਂ ਸਮਝ ਲਿਆ ਸੀ ਕਿ ਸਿੱਖੀ ਦਾ ਧਾਰਮਿਕ ਜਜ਼ਬਾ ਹੀ ਸੀ ਜੋ ਸਿੱਖ ਭਾਈਚਾਰੇ ਅੰਦਰ ਲੜਾਕੂਪਨ ਅਤੇ ਸੂਰਮਗਤੀ ਦੀ ਭਾਵਨਾ ਪੈਦਾ ਕਰਦਾ ਅਤੇ ਇਸ ਨੂੰ ਇੱਕ ਜਾਂਬਾਜ਼ ਕੌਮ ਬਣਾਉਂਦਾ ਸੀ। ਪਰ ਅੰਗਰੇਜ਼ਾਂ ਨੂੰ ਇਸ ਅਥਰੇ ਜੁਝਾਰੂਪਨ ਉੱਤੇ ਕਾਠੀ ਪਾਉਣ ਦਾ ਗੁਰ ਚੰਗੀ ਤਰ੍ਹਾਂ ਆਉਂਦਾ ਸੀ ਜੋ ਅਬਦਾਲੀ ਨਹੀਂ ਸੀ ਕਰ ਸਕਿਆ। ਅੰਗਰੇਜ਼ਾਂ ਨੇ ਬੇਸ਼ੱਕ ਸਿੱਖਾਂ ਦੇ ਧਾਰਮਿਕ ਜਜ਼ਬੇ ਨੂੰ ਕੰਟਰੋਲ ਕਰ ਲਿਆ ਸੀ, ਪਰ ਇਹ ਉਹਨਾਂ ਦੇ ਹਿੱਤ ਵਿੱਚ ਨਹੀਂ ਸੀ, ਕਿਉਂਕਿ ਹੁਣ ਸਿੱਖਾਂ ਅੰਦਰੋਂ ਜੁਝਾਰੂਪਨ ਖਤਮ ਹੋਣ ਦਾ ਖਤਰਾ ਪੈਦਾ ਹੋ ਗਿਆ ਜੋ ਉਹਨਾਂ ਨੂੰ ਇੱਕ ਚੰਗਾ ਫੌਜੀ ਬਣਾਉਂਦਾ ਸੀ ਅਤੇ ਜੁਝਾਰੂ ਫੌਜੀਆਂ ਦੀ ਅੰਗਰੇਜ਼ਾਂ ਨੂੰ ਬਹੁਤ ਲੋੜ ਸੀ। ਇਸ ਕਰਕੇ ਹੁਣ ਉਹਨਾਂ ਨੇ ਇੱਕ ਦੋਗਲੀ ਨੀਤੀ ਅਪਣਾਈ ਜਿਸ ਵਿੱਚ ਸਿੱਖਾਂ ਦਾ ਸਿੱਖੀ ਜਜ਼ਬਾ ਵੀ ਬਣਿਆ ਰਹੇ ਅਤੇ ਉਹ ਹਕੂਮਤ ਦੇ ਖਿਲਾਫ ਵੀ ਨਾ ਖੜੇ ਹੋਣ। 1928 ਵਿੱਚ ਅੰਗਰੇਜ਼ ਸਰਕਾਰ ਨੇ ਮੇਜਰ A.E. ਬ੍ਰਿਸਟੋਊ ਨਾਂ ਦੇ ਇੱਕ ਸੈਨਿਕ ਅਧਿਕਾਰੀ ਨੂੰ ਇੱਕ ਸਰਵੇ ਕਰਨ ਲਈ ਕਿਹਾ, ਜਿਸ ਵਿੱਚ ਉਸਨੇ ਸਿੱਖਾਂ ਉੱਤੇ ਬਾਹਰਲੇ ਆਲੇ ਦੁਆਲੇ ਦੇ ਪੈ ਰਹੇ ਹਾਨੀਕਾਰਕ ਅਸਰਾਂ ਬਾਰੇ ਇੱਕ ਰਿਪੋਰਟ ਤਿਆਰ ਕਰਨੀ ਸੀ ਅਤੇ ਇਸ ਰਿਪੋਰਟ ਵਿੱਚ ਸਾਫ਼ ਦੱਸਿਆ ਗਿਆ ਕਿ ਭਾਰਤੀ ਫੌਜ ਵਿੱਚ ਸਿੱਖਾਂ ਅੰਦਰ ਇੱਕ ਵੱਖਰੇ ਭਾਈਚਾਰੇ ਦੀ ਭਾਵਨਾ ਪੈਦਾ ਕੀਤੀ ਜਾਂਦੀ ਹੈ। ਰੈਜੀਮੈਂਟਾਂ ਦੇ ਅੰਗਰੇਜ਼ੀ ਅਫਸਰ ਸਿੱਖਾਂ ਦੇ ਧਾਰਮਿਕ ਗ੍ਰੰਥ ਪ੍ਰਤੀ ਪੂਰੀ ਸ਼ਰਧਾ ਦਿਖਾਉਂਦੇ ਨੇ। ਇਸ ਨੀਤੀ ਦੇ ਕਾਰਨ ਸਮਝਣੇ ਔਖੇ ਨਹੀਂ ਹਨ। ਸਿੱਖ ਜਦ ਮੁੜ ਤੋਂ ਹਿੰਦੂਵਾਦ ਦੀ ਗ੍ਰਿਫਤ ਵਿੱਚ ਆ ਜਾਂਦਾ ਹੈ ਤਾਂ ਉਹ ਆਪਣਾ ਜੁਝਾਰੂਪਨ ਖੋ ਬੈਂਦਾ ਹੈ ਅਤੇ ਇੱਕ ਲੜਨ ਵਾਲੀ ਮਸ਼ੀਨ ਵਜੋਂ ਨਕਾਰਾ ਹੋ ਕੇ ਰਹਿ ਜਾਂਦਾ ਹੈ। ਇਸ ਕਰਕੇ ਭਾਰਤੀ ਫੌਜ ਦੇ ਅੰਦਰ ਅਜਿਹੀ ਨੀਤੀ ਧਾਰਨ ਕਰਕੇ ਚੱਲਿਆ ਜਾਂਦਾ ਹੈ ਜਿਸ ਦਾ ਉਦੇਸ਼ ਸਿੱਖ ਧਰਮ ਦੀ ਮੌਲਿਕ ਸ਼ੁੱਧਤਾ ਨੂੰ ਕਾਇਮ ਰੱਖਣਾ ਹੈ। ਕਾਰਨ ਇਹ ਕਿ ਧਰਮ ਤੋਂ ਲਾਂਬੇ ਚਲੇ ਜਾਣ ਨਾਲ ਸਿੱਖ ਸਿਪਾਹੀ ਦੀ ਲੜਾਕੂ ਯੋਗਤਾ ਖਤਮ ਹੋ ਜਾਂਦੀ ਹੈ ਅਤੇ ਨਾਲ ਹੀ ਉਹਦੇ ਸਮੁੱਚੇ ਰਵੱਈਏ ਉੱਤੇ ਵੀ ਮਾੜਾ ਅਸਰ ਪੈਂਦਾ ਹੈ। ਇੱਕ ਹੋਰ ਉਦਾਹਰਣ ਇਹ ਵੀ ਹੈ ਕਿ ਡਲਹੌਜੀ ਨੇ ਪੰਜਾਬ ਉੱਤੇ ਕਬਜ਼ਾ ਕਰ ਲਏ ਜਾਣ ਦੇ ਝੱਟ ਬਾਅਦ 7 ਅਪ੍ਰੈਲ 1849 ਨੂੰ ਕੈਂਪ ਸਿੱਧਮ ਦੇ ਸਥਾਨ ਤੋਂ ਬਰਤਾਨਵੀ ਸਰਕਾਰ ਦੇ ਖੂਫੀਆ ਮਹਿਕਮੇ ਨੂੰ ਭੇਜੀ ਇੱਕ ਚਿੱਠੀ ਵਿੱਚ ਸਿੱਖਾਂ ਬਾਰੇ ਆਪਣੇ ਵਿਚਾਰਾਂ ਤੇ ਖੁਲਾਸਾ ਕਰਦੇ ਹੋਏ ਲਿਖਿਆ ਸੀ ਕਿ ਜੁਝਾਰੂ ਸੁਭਾਅ ਵਾਲੇ ਅਤੇ ਬੜੀ ਦੇਰ ਤੋਂ ਜਿੱਤਣ ਦੇ ਆਦੀ ਹੋ ਜਾਣ ਕਾਰਨ ਉਹ ਸਿੱਖ ਹੁਣ ਸਾਨੂੰ ਆਪਣੇ ਉੱਪਰ ਜੇਤੂ ਹੋਏ ਦੇਖ ਕੇ ਜ਼ਰੂਰ ਹੀ ਸਾਡੇ ਉੱਤੇ ਖਾਰ ਖਾਂਦੇ ਹੋਣਗੇ। ਇਸ ਕਰਕੇ ਜਦੋਂ ਤੱਕ ਇੱਥੋਂ ਦੇ ਲੋਕਾਂ ਦੇ ਯੁੱਧ ਲੜਨ ਲਈ ਹਾਸਲ ਸਾਰੇ ਵਸੀਲੇ ਅਤੇ ਅਵਸਰ ਇਹਨਾਂ ਪਾਸ ਰਹਿਣ ਦਿੱਤੇ ਜਾਣਗੇ, ਉਦੋਂ ਤੱਕ ਪੰਜਾਬ ਅੰਦਰ ਅਮਨ ਕਾਇਮ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਹਿੰਦੁਸਤਾਨ ਦੇ ਅੰਦਰ ਵੀ ਅਮਨ ਕਾਇਮ ਰੱਖਣ ਦੀ ਉਦੋਂ ਤੱਕ ਕੋਈ ਗਰੰਟੀ ਨਹੀਂ ਦਿੱਤੀ ਜਾ ਸਕਦੀ ਜਦੋਂ ਤੱਕ ਅਸੀਂ ਸਾਰੀ ਸਿੱਖ ਪ੍ਰਜਾ ਕੋਲੋਂ ਈਨ ਨਹੀਂ ਮਨਵਾ ਲੈਂਦੇ ਅਤੇ ਇੱਕ ਸੁਤੰਤਰ ਕੌਮ ਵਜੋਂ ਉਹਨਾਂ ਦੀ ਹਸਤੀ ਮਲੀਆ ਮੇਟ ਨਹੀਂ ਕਰ ਦਿੰਦੇ। 1850 ਦੇ ਆਰੰਭ ਵਿੱਚ ਪੰਜਾਬ ਅੰਦਰ ਤੈਨਾਤ ਇੱਕ ਅੰਗਰੇਜ਼ ਅਧਿਕਾਰੀ ਨੇ ਆਪਣੀ ਸਰਕਾਰ ਨੂੰ ਚੁਕੰਨੇ ਕਰਦੇ ਹੋਏ ਲਿਖਿਆ ਸੀ ਕਿ ਆਉਣ ਵਾਲੇ ਕੁਝ ਸਮੇਂ ਲਈ ਪੰਜਾਬ ਦੇ ਹੁਕਮਰਾਨਾਂ ਨੂੰ ਬਹੁਤ ਹੀ ਹੁਸ਼ਿਆਰ ਅਤੇ ਨਿਰੰਤਰ ਚੁਕੰਨੇ ਰਹਿਣਾ ਪੈਣਾ ਹੈ, ਕਿਉਂਕਿ ਉਹਨਾਂ ਨੇ ਬਹੁਤ ਹੀ ਜਜ਼ਬੇ ਵਾਲੀ ਤੇ ਜੋਸ਼ੀਲੀ ਸਿੱਖ ਕੌਮ ਦਾ ਮੁਕਾਬਲਾ ਕਰਨਾ ਹੈ। ਪੰਜਾਬ ਉੱਤੇ ਆਪਣੀ ਜਿੱਤ ਅਤੇ ਕਬਜ਼ੇ ਨੂੰ ਪੱਕੇ ਪੈਰੀਂ ਕਰ ਲੈਣ ਤੋਂ ਬਾਅਦ ਵੀ ਬਰਤਾਨਵੀ ਹਾਕਮਾਂ ਦੇ ਇਹ ਡਰ ਅਤੇ ਤੌਖਲੇ ਦੂਰ ਨਹੀਂ ਸਨ ਹੋਏ। ਇਸ ਦਾ ਪ੍ਰਗਟਾਵਾ 1857 ਦੇ ਗਦਰ ਤੋਂ ਬਾਅਦ ਦੀ ਇੱਕ ਸਰਕਾਰੀ ਰਿਪੋਰਟ ਵਿੱਚੋਂ ਹੁੰਦਾ ਹੈ, ਜਿਸ ਵਿੱਚ ਸਿੱਖ ਖਤਰੇ ਦਾ ਜ਼ਿਕਰ ਕਰਦੇ ਹੋਇਆਂ ਲਿਖਿਆ ਸੀ ਕਿ ਸਿੱਖਾਂ ਦੇ ਹਜ਼ਾਰਾਂ ਹੀ ਹਿਰਦਿਆਂ ਵਿੱਚ ਕੌਮੀਅਤ ਦੀ ਰੂਹ ਅਤੇ ਸੈਨਿਕ ਅਭਿਲਾਸ਼ਾ ਅਜੇ ਵੀ ਜਿੰਦਾ ਰਹਿ ਰਹੀ ਹੈ। ਸਾਡਾ ਇਹ ਸੋਚਣਾ ਫਜ਼ੂਲ ਸੀ ਕਿ ਇਹਨਾਂ ਲੋਕਾਂ ਦੇ ਮਨਾਂ ਵਿੱਚੋਂ ਭਾਵੀ ਜਿੱਤਾਂ ਅਤੇ ਭਾਵੀ ਆਜ਼ਾਦੀ ਦੇ ਫੁਰਨੇ ਪੈਦਾ ਹੋਣੇ ਬੰਦ ਹੋ ਗਏ ਨੇ। ਜੇਕਰ ਅਸੀਂ ਦਿੱਲੀ ਉੱਤੇ ਕਬਜ਼ਾ ਨਾ ਕਰ ਲਿਆ ਹੁੰਦਾ ਤਾਂ ਪੰਜਾਬ ਅੰਦਰ ਸੰਪੂਰਨ ਵਿਦਰੋਹ ਭੜਕ ਸਕਦਾ ਸੀ
ਅੰਗਰੇਜ਼ ਹਕੂਮਤ ਇਸ ਡਰ ਤੋਂ ਕਦੇ ਵੀ ਮੁਕਤ ਨਹੀਂ ਹੋ ਸਕੀ ਸੀ। ਸਿੱਖ ਕੌਮ ਦੀ ਆਪਣਾ ਖੁੱਸਿਆ ਰਾਜ ਮੁੜ ਹਥਿਆਉਣ ਦੀ ਕੌਮੀ ਸੱਦਰ ਬਰਤਾਨਵੀ ਹਾਕਮਾਂ ਨੂੰ ਇੰਨਾ ਭੈਭੀਤ ਕਰ ਰਹੀ ਸੀ ਕਿ ਇਸ ਦਾ ਮਾਮੂਲੀ ਜਿਹਾ ਪ੍ਰਗਟਾਵਾ ਵੀ ਉਹਨਾਂ ਅੰਦਰ ਵੱਡੀ ਘਬਰਾਹਟ ਪੈਦਾ ਕਰ ਦਿੰਦਾ ਸੀ। ਉਹਨਾਂ ਨੂੰ ਪੱਤਿਆਂ ਦੀ ਮਾਮੂਲੀ ਜਿਹੀ ਸਰਸਰਾਹਟ ਤੋਂ ਵੀ ਵੱਡੇ ਤੂਫਾਨ ਦਾ ਅੰਦਾਜ਼ਾ ਹੋਣ ਲੱਗ ਜਾਂਦਾ ਸੀ। ਸਿੱਖਾਂ ਨੂੰ ਪੂਰੀ ਤਰ੍ਹਾਂ ਨਾਲ ਗੁਲਾਮੀ ਦੇ ਬੰਧਨਾਂ ਵਿੱਚ ਜਕੜ ਲੈਣ ਤੋਂ ਬਾਅਦ ਵੀ ਉਹ ਹਮੇਸ਼ਾ ਬਰੂਦ ਦੇ ਢੇਰ ਉੱਤੇ ਬੈਠੇ ਮਹਿਸੂਸ ਕਰਦੇ ਰਹੇ ਅਤੇ ਕਿਸੇ ਵੀ ਚੰਗਿਆੜੀ ਨਾਲ ਲਾਂਬੂ ਭੜਕ ਪੈਣ ਦੇ ਖਤਰੇ ਨੇ ਉਹਨਾਂ ਦੇ ਲਗਾਤਾਰ ਸਾਹ ਸੂਤੀ ਰੱਖੇ।